ਹੁਣ ਤੱਕ ਤੁਸੀਂ ਪੜ੍ਹਿਆ ਕਿ ਅੰਜਲੀ ਨੂੰ ਫੋਨ ਆਇਆ ਤਾਂ ਉਹਨਾਂ ਰਮਨ ਦੀ ਸ਼ਹੀਦੀ ਬਾਰੇ ਦੱਸਿਆ ਤਾਂ ਅੰਜਲੀ ਇੱਕਦਮ ਸੁੰਨ ਹੋ ਗਈ। ਇਸ ਤੋਂ ਬਾਅਦ ਜਦੋਂ ਅੰਜਲੀ ਦੀ ਸੱਸ ਨੇ ਉਸ ਦੇ ਹੱਥੋਂ ਫੋਨ ਲੈ ਲਿਆ ਸੀ, ਫਿਰ ਉਹਨਾਂ ਨੂੰ ਵੀ ਰਮਨ ਦੀ ਸ਼ਹਾਦਤ ਦਾ ਪਤਾ ਲੱਗਾ ਤਾਂ ਉਹ ਬੜੇ ਫਕਰ ਨਾਲ ਕਹਿਣ ਲੱਗੀ ਕਿ ਮੈਨੂੰ ਸ਼ਹੀਦ ਦੀ ਮਾਂ ਹੋਣ ਤੇ ਫਕਰ ਹੈ। ਕਾਸ਼ ਮੇਰੇ 10 ਬੇਟੇ ਹੁੰਦੇ ਤਾਂ ਮੈਂ ਆਪਣੇ ਸਾਰੇ ਬੱਚੇ ਇਸ ਦੇਸ਼ ਲਈ ਕੁਰਬਾਨ ਕਰ ਦਿੰਦੀ। ਆਪਣੀ ਸੱਸ ਦਾ ਇਹ ਜਜ਼ਬਾ ਦੇਖ ਕੇ ਮੇਰੇ ਰੋਂਗਟੇ ਖੜੇ ਹੋ ਗਏ। ਮੈਂ ਉਹਨਾਂ ਦੇ ਗਲੇ ਲੱਗ ਕੇ ਉੱਚੀ ਉੱਚੀ ਰੋਣ ਲੱਗੀ ਤੇ ਉਹ ਵੀ ਹਿਚਕੀਆਂ ਲੈ ਰਹੀ ਸੀ, ਪਰ ਮੈਨੂੰ ਰੋਣ ਤੋਂ ਮਨਾ ਕਰ ਰਹੀ ਸੀ। ਮੈਨੂੰ ਕਹਿਣ ਲੱਗੀ ਕਿ ਬਹੂ, ਇਹ ਹੰਝੂ ਲੁਕਾ ਲੈ, ਦੁੱਖ ਨਾ ਮਨਾ। ਇਹ ਨਾ ਹੋਵੇ ਕਿ ਕੋਈ ਔਰਤ ਤੇਰੇ ਹੰਝੂ ਦੇਖ ਕੇ ਘਬਰਾ ਜਾਵੇ ਤੇ ਆਪਣੇ ਪਤੀ ਨੂੰ ਨੇਕ ਕੰਮ ਖਾਤਰ ਜਾਨ ਦੇਣ ਤੋਂ ਰੋਕ ਲਵੇ। ਮੈਂ ਤਾਂ ਉਹਨਾਂ ਦੇ ਹੌਸਲੇ ਨੂੰ ਦੇਖ ਕੇ ਹੈਰਾਨ ਹੁੰਦੀ ਜਾ ਰਹੀ ਸੀ। ਫਿਰ ਮੇਰੇ ਰਮਨ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਮੈਨੂੰ ਮਾਣ ਸੀ ਕਿ ਮੈਂ ਇੱਕ ਸ਼ਹੀਦ ਦੀ ਪਤਨੀ ਸੀ, ਪਰ ਦਿਲ ਸੀ ਕਿ ਸੰਭਲਦਾ ਹੀ ਨਹੀਂ ਸੀ। ਮੇਰਾ ਪਤੀ ਰਮਨ ਬਹੁਤ ਹੀ ਚੰਗਾ ਇਨਸਾਨ ਸੀ। ਉਹਨਾਂ ਨੇ ਮੇਰੀ ਇੱਜ਼ਤ ਹੀ ਹਿਫਾਜ਼ਤ ਕੀਤੀ ਸੀ। ਉਹਨਾਂ ਨੇ ਮੈਨੂੰ ਲੋਕਾਂ ਦੇ ਸਾਹਮਣੇ ਜ਼ਲੀਲ ਹੋਣ ਤੋਂ ਬਚਾਇਆ ਸੀ। ਉਹਨਾਂ ਨੇ ਮੇਰੇ ਮਾਤਾ ਪਿਤਾ ਦੀ ਲਾਜ ਰੱਖੀ ਸੀ। ਫਿਰ ਮੈਂ ਕਿਵੇਂ ਨਾ ਉਸ ਇਨਸਾਨ ਨਾਲ ਪਿਆਰ ਕਰਨ ਲੱਗਦੀ। ਮੈਂ ਆਪਣੀ ਸੱਸ ਨੂੰ ਕਹਿ ਦਿੱਤਾ ਸੀ ਕਿ ਮੈਂ ਰਮਨ ਤੋਂ ਬਾਅਦ ਤੁਹਾਡਾ ਸਹਾਰਾ ਬਣਾਂਗੀ। ਮੈਂ ਘਰੋਂ ਨਿਕਲ ਕੇ ਤੁਹਾਡੇ ਲਈ ਕਮਾਵਾਂਗੀ। ਪਰ ਮੇਰੇ ਕਮਾਉਣ ਦੀ ਨੌਬਤ ਹੀ ਨਹੀਂ ਆਈ ਸੀ, ਕਿਉਂਕਿ ਰਮਨ ਦੀ ਪੈਨਸ਼ਨ ਆਉਣ ਲੱਗੀ ਸੀ ਤੇ ਇਸ ਨਾਲ ਘਰ ਦਾ ਖਰਚਾ ਚੱਲ ਰਿਹਾ ਸੀ। ਹੁਣ ਅਸੀਂ ਦੋਵੇਂ ਔਰਤਾਂ ਘਰ 'ਚ ਮਰਦਾਂ ਵਾਂਗ ਘੁੰਮਦੀਆਂ ਰਹਿੰਦੀਆਂ ਸੀ। ਕਦੇ ਕਦੇ ਇੱਕ ਦੂਜੇ ਦੇ ਸੀਨੇ ਨਾਲ ਲੱਗ ਕੇ ਰੋ ਲਿਆ ਕਰਦੀਆਂ। ਮੇਰੀ ਸੱਸ ਅਕਸਰ ਕਹਿੰਦੀ ਸੀ ਕਿ ਰਮਨ ਦਾ ਬੱਚਾ ਤੇਰੀ ਗੋਦ 'ਚ ਖੇਡਦਾ ਹੁੰਦਾ ਤਾਂ ਸਾਡੇ ਘਰ 'ਚ ਇੰਨੀ ਉਦਾਸੀ ਨਾ ਹੁੰਦੀ। ਮੈਂ ਵੀ ਇਹੀ ਸੋਚਦੀ ਸੀ ਕਿ ਕਾਸ਼ ਰਮਨ ਜਾਣ ਤੋਂ ਪਹਿਲਾਂ ਮੈਨੂੰ ਆਪਣਾ ਵਾਰਿਸ ਦੇ ਕੇ ਜਾਂਦੇ। ਖੈਰ, ਇੰਜ ਹੀ ਸਮਾਂ ਬੀਤਣ ਲੱਗਿਆ ਤੇ ਮੇਰਾ ਉਹਨਾਂ ਨਾਲ ਹੋਰ ਪਿਆਰ ਵਧਣ ਲੱਗਿਆ ਸੀ। ਇੱਕ ਵਾਰ ਮੇਰੇ ਮਾਤਾ ਪਿਤਾ ਮੈਨੂੰ ਆਪਣੇ ਨਾਲ ਲੈ ਕੇ ਜਾਣ ਲਈ ਆਏ। ਮਾਂ ਨੇ ਮੇਰੀ ਸੱਸ ਅੱਗੇ ਹੱਥ ਜੋੜ ਕੇ ਮੁਆਫੀ ਮੰਗੀ ਸੀ ਤੇ ਇਹ ਵੀ ਕਿਹਾ ਸੀ ਕਿ ਤੁਸੀਂ ਮੇਰੀ ਬੇਟੀ ਨੂੰ ਦੂਜਾ ਵਿਆਹ ਕਰਨ ਦੀ ਇਜਾਜ਼ਤ ਦੇ ਦਿਓ, ਕਿਉਂਕਿ ਇਸ ਅੱਗੇ ਪਹਾੜ ਵਰਗੀ ਲੰਮੀ ਜ਼ਿੰਦਗੀ ਹੈ। ਕੱਲ ਨੂੰ ਅਸੀਂ ਵੀ ਮਰ ਗਏ ਤੇ ਤੁਹਾਨੂੰ ਵੀ ਕੁਝ ਹੋ ਗਿਆ ਤਾਂ ਮੇਰੀ ਧੀ ਦਾ ਕੋਈ ਸਹਾਰਾ ਤਾਂ ਹੋਵੇਗਾ। ਮੇਰੀ ਸੱਸ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ਮੇਰੀ ਇਜਾਜ਼ਤ ਹੈ, ਤੁਸੀਂ ਇਸ ਨੂੰ ਆਪਣੇ ਨਾਲ ਲਿਜਾ ਸਕਦੇ ਹੋ। ਹਾਂ, ਪਰ ਜਦੋਂ ਮੇਰੀ ਬੇਟੀ ਦਾ ਵਿਆਹ ਕੀਤਾ ਤਾਂ ਮੈਨੂੰ ਵੀ ਜ਼ਰੂਰ ਸੱਦਿਓ। ਮੇਰੀ ਮਾਂ ਬਹੁਤ ਖੁਸ਼ ਹੋਈ, ਪਰ ਮੈਂ ਉਹਨਾਂ ਨਾਲ ਜਾਣ ਤੋਂ ਮਨਾ ਕਰ ਦਿੱਤਾ ਸੀ। ਮੈਂ ਕਿਹਾ ਕਿ ਮਾਂ, ਰਮਨ ਨੇ ਜਾਣ ਤੋਂ ਪਹਿਲਾਂ ਮੇਰੇ ਨਾਲ ਵਾਅਦਾ ਕੀਤਾ ਸੀ ਤੇ ਮੈਨੂੰ ਆਖ ਕੇ ਗਏ ਸਨ ਕਿ ਤੂੰ ਮੇਰੀ ਮਾਂ ਦਾ ਖਿਆਲ ਰੱਖੀਂ। ਮੈਂ ਆਪਣੇ ਮਰੇ ਹੋਏ ਪਤੀ ਦਾ ਹੁਕਮ ਨਹੀਂ ਟਾਲ ਸਕਦੀ। ਮੈਂ ਆਪਣੀ ਸੱਸ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ। ਫਿਰ ਮਾਂ ਤੇ ਪਿਤਾ ਜੀ ਨੇ ਕਾਫੀ ਜ਼ੋਰ ਲਾਇਆ ਮੈਨੂੰ ਮਨਾਉਣ ਲਈ, ਪਰ ਮੈਂ ਉਹਨਾਂ ਨਾਲ ਨਹੀਂ ਗਈ। ਮੇਰੇ ਕੋਲ ਜ਼ਿੰਦਗੀ ਬਿਤਾਉਣ ਲਈ ਰਮਨ ਦੀਆਂ ਯਾਦਾਂ ਸਨ। ਹੁਣ ਮੈਂ ਹਰ ਰਾਤ ਰਮਨ ਦੀ ਤਸਵੀਰ ਤੇ ਉਸ ਦੇ ਕੱਪੜਿਆਂ ਨੂੰ ਗਲ ਨਾਲ ਲਾ ਕੇ ਸੌਂਦੀ ਤੇ ਉਹਨਾਂ ਨਾਲ ਢੇਰ ਸਾਰੀਆਂ ਗੱਲਾਂ ਕਰਦੀ ਸੀ। ਇੰਜ ਹੀ ਮੇਰੀ ਜ਼ਿੰਦਗੀ ਦੇ 10 ਸਾਲ ਬੀਤ ਗਏ। ਮੇਰੀ ਸੱਸ ਬਹੁਤ ਜ਼ਿਆਦਾ ਬਜ਼ੁਰਗ ਹੋ ਚੁੱਕੀ ਸੀ। ਮੈਂ ਉਹਨਾਂ ਦਾ ਬਹੁਤ ਖਿਆਲ ਰੱਖਦੀ ਸੀ, ਪਰ ਹੁਣ ਕੁਝ ਦਿਨਾਂ ਤੋਂ ਮੇਰੀ ਖੁਦ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ ਸੀ। ਮੇਰੀ ਸੱਸ ਵੀ ਮੈਨੂੰ ਆਖਣ ਲੱਗੀ ਸੀ ਕਿ ਅੰਜਲੀ, ਤੂੰ ਆਪਣਾ ਬਿਲਕੁਲ ਵੀ ਖਿਆਲ ਨਹੀਂ ਰੱਖਦੀ, ਦੇਖ ਕਿੰਨੀ ਕਮਜ਼ੋਰ ਹੋ ਗਈ ਹੈ। ਮੈਂ ਉਹਨਾਂ ਦੀ ਗੱਲ ਹੱਸ ਕੇ ਟਾਲ ਦਿੰਦੀ ਸੀ। ਇੱਕ ਦਿਨ ਮੇਰੀ ਸੱਸ ਆਖਣ ਲੱਗੀ ਕਿ ਅੰਜਲੀ, ਹੁਣ ਮੈਂ ਬਹੁਤ ਜ਼ਿਆਦਾ ਬਜ਼ੁਰਗ ਹੋ ਚੁੱਕੀ ਹਾਂ। ਮੇਰੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਮੇਰੀ ਬੱਚੀ, ਤੂੰ ਦੂਜਾ ਵਿਆਹ ਕਰ ਲੈ। ਕਿਤੇ ਅਜਿਹਾ ਨਾ ਹੋਵੇ ਕਿ ਜਦੋਂ ਮੈਂ ਮਰ ਕੇ ਰਮਨ ਦੀ ਆਤਮਾ ਕੋਲ ਜਾਵਾਂ ਤਾਂ ਉਹ ਮੈਨੂੰ ਦੇਖ ਕੇ ਮੂੰਹ ਫੇਰ ਲਵੇ ਤੇ ਮੇਰੇ ਤੋਂ ਇਹ ਸਵਾਲ ਕਰੇ ਕਿ ਤੁਸੀਂ ਮੇਰੀ ਅੰਜਲੀ ਨੂੰ ਕਿਸ ਕੋਲ ਛੱਡ ਕੇ ਆਏ ਹੋ। ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਹਾਨੂੰ ਤੁਹਾਡੇ ਮਰੇ ਹੋਏ ਬੇਟੇ ਦੀ ਸਹੁੰ, ਤੁਸੀਂ ਅੱਜ ਤੋਂ ਬਾਅਦ ਮੇਰੇ ਵਿਆਹ ਦਾ ਨਾਂ ਨਹੀਂ ਲੈਣਾ। ਮੇਰੀ ਸੱਸ ਆਪਣਾ ਸਿਰ ਫੜ ਕੇ ਬੈਠ ਗਈ ਸੀ। ਹੁਣ ਮੇਰੀ ਤਬੀਅਤ ਹਰ ਸਮੇਂ ਖਰਾਬ ਰਹਿਣ ਲੱਗੀ ਸੀ। ਜੀ ਘਬਰਾਉਂਦਾ ਸੀ। ਹਰ ਸਮੇਂ ਲੱਗਦਾ ਜਿਵੇਂ ਉਲਟੀ ਆਵੇਗੀ, ਪਰ ਮੈਂ ਆਪਣੀ ਇਸ ਬਿਮਾਰੀ ਨੂੰ ਨਜ਼ਰਅੰਦਾਜ਼ ਕਰਦੀ ਸੀ। ਪਰ ਇਹ ਸਭ ਕੁਝ ਮੇਰੀ ਸੱਸ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਦਾ ਸੀ। ਉਹ ਆਖਣ ਲੱਗੀ ਕਿ ਅੰਜਲੀ, ਤੂੰ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਹੈ। ਮੈਂ ਤੇਰੇ ਕਰਕੇ ਬਹੁਤ ਫਿਕਰਮੰਦ ਹਾਂ। ਤੂੰ ਚੱਲ ਮੇਰੇ ਨਾਲ, ਮੈਂ ਤੈਨੂੰ ਡਾਕਟਰ ਕੋਲ ਲੈ ਕੇ ਚੱਲਾਂ। ਮੈਂ ਜਾਣ ਤੋਂ ਮਨਾ ਕਰ ਦਿੱਤਾ, ਪਰ ਅੱਜ ਤਾਂ ਮੇਰੀ ਸੱਸ ਬੱਚਿਆਂ ਵਾਂਗ ਜਿੱਦ ਕਰਨ ਲੱਗੀ ਸੀ। ਉਹ ਆਖਣ ਲੱਗੀ ਕਿ ਅੱਜ ਮੈਂ ਤੈਨੂੰ ਹਰ ਹਾਲਤ 'ਚ ਆਪਣੇ ਨਾਲ ਲੈ ਕੇ ਜਾਵਾਂਗੀ ਤੇ ਉਹ ਮੈਨੂੰ ਡਾਕਟਰ ਕੋਲ ਲੈ ਕੇ ਗਈ ਤੇ ਡਾਕਟਰ ਨੇ ਮੇਰੇ ਕੁਝ ਟੈਸਟ ਕੀਤੇ ਤੇ
ਤੇ ਮੇਰਾ ਚੈੱਕਅਪ ਕਰਨ ਤੋਂ ਬਾਅਦ ਬੋਲੀ ਕਿ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹੋਵੇ, ਤੁਸੀਂ ਪ੍ਰੈਗਨੈਂਟ ਹੋ। ਇਹ ਗੱਲ ਸੁਣ ਕੇ ਮੈਂ ਤੇ ਮੇਰੀ ਸੱਸ ਹੱਕੀਆਂ ਬੱਕੀਆਂ ਰਹਿ ਗਈਆਂ। ਅਸੀਂ ਇੱਕ ਦੂਜੇ ਵੱਲ ਦੇਖਿਆ। ਡਾਕਟਰ ਦਵਾਈਆਂ ਬਾਰੇ ਦੱਸਦੀ ਰਹੀ ਤੇ ਸਾਵਧਾਨੀ ਦਾ ਕਹਿੰਦੀ ਰਹੀ, ਪਰ ਮੇਰੇ ਪੱਲੇ ਉਸ ਦੀ ਕੋਈ ਗੱਲ ਨਹੀਂ ਪਈ। ਮੇਰਾ ਦਿਮਾਗ ਤਾਂ ਇਸੇ ਗੱਲ ਤੇ ਉਲਝ ਗਿਆ ਸੀ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ। ਖੈਰ ਅਸੀਂ ਦੋਵੇਂ ਸੱਸ ਬਹੂ ਘਰ ਆ ਗਈਆਂ। ਸਾਰੇ ਰਾਤ ਅਸੀਂ ਦੋਵੇਂ ਚੁੱਪ ਸੀ। ਘਰ ਆ ਕੇ ਮੇਰੀ ਸੱਸ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ਧੀਏ, ਮੈਨੂੰ ਤੇਰੇ ਨਾਲ ਕੋਈ ਗੁੱਸਾ ਗਿਲਾ ਨਹੀਂ ਹੈ। ਤੂੰ ਇਸ ਬੱਚੇ ਦੇ ਪਿਤਾ ਨੂੰ ਫੋਨ ਕਰਕੇ ਬੁਲਾ ਲੈ ਤੇ ਮੈਂ ਤੁਹਾਡੇ ਦੋਵਾਂ ਦਾ ਵਿਆਹ ਕਰਵਾ ਦੇਵਾਂਗੀ। ਜੇਕਰ ਤੈਨੂੰ ਇਸ ਗੱਲ ਦਾ ਡਰ ਹੈ ਕਿ ਮੈਂ ਇਕੱਲੀ ਰਹਿ ਜਾਵਾਂਗੀ ਤਾਂ ਤੂੰ ਮੇਰੀ ਫਿਕਰ ਨਾ ਕਰ। ਮੇਰੇ ਕੋਲ ਭਗਵਾਨ ਦਾ ਦਿੱਤਾ ਸਭ ਕੁਝ ਹੈ। ਮੈਂ ਆਪਣੀ ਸੱਸ ਨੂੰ ਗਲੇ ਲਾ ਕੇ ਉੱਚੀ ਉੱਚੀ ਰੋਣ ਲੱਗੀ। ਮੈਂ ਕਿਹਾ ਕਿ ਮਾਂ, ਰਮਨ ਮੇਰੀ ਜ਼ਿੰਦਗੀ 'ਚ ਆਉਣ ਵਾਲਾ ਪਹਿਲਾ ਤੇ ਆਖਰੀ ਆਦਮੀ ਸੀ। ਉਸ ਤੋਂ ਬਾਅਦ ਮੈਂ ਕਦੇ ਕਿਸੇ ਆਦਮੀ ਨਾਲ ਆਪਣੇ ਰਿਸ਼ਤੇ ਲਈ ਨਹੀਂ ਸੋਚਿਆ। ਸ਼ਾਇਦ ਡਾਕਟਰਨੀ ਝੂਠ ਬੋਲ ਰਹੀ ਹੋਵੇ। ਮੇਰੀ ਸੱਸ ਮੁਸਕਰਾਉਣ ਲੱਗੀ ਤੇ ਕਿਹਾ ਕਿ ਬੇਟੀ, ਘਬਰਾਉਣ ਦੀ ਲੋੜ ਨਹੀਂ ਹੈ। ਤੂੰ ਅਜੇ ਵੀ ਜਵਾਨ ਲੜਕੀ ਹੈ। ਮੈਂ ਜਾਣਦੀ ਹਾਂ ਤੈਨੂੰ ਜ਼ਿੰਦਗੀ ਗੁਜ਼ਾਰਨ ਲਈ ਕਿਸੇ ਸਹਾਰੇ ਦੀ ਲੋੜ ਹੈ। ਚੰਗਾ ਹੋਇਆ ਕਿ ਤੂੰ ਖੁਦ ਹੀ ਲੱਭ ਲਿਆ। ਬੇਟੀ, ਮੈਂ ਤੈਨੂੰ ਗਲਤ ਤਾਂ ਨਹੀਂ ਆਖ ਰਹੀ, ਫਿਰ ਤੂੰ ਕਿਉਂ ਘਬਰਾ ਰਹੀ ਹੈ? ਮੈਂ ਕੁਝ ਆਖੇ ਬਿਨਾਂ ਕਮਰੇ 'ਚ ਗਈ ਤੇ ਪਵਿੱਤਰ ਰਾਮਾਇਣ ਉਠਾ ਕੇ ਲਿਆਈ। ਮੈਂ ਕਿਹਾ ਕਿ ਮੈਂ ਇਸ ਤੋਂ ਹੱਥ ਰੱਖ ਕੇ ਕਹਿੰਦੀ ਹਾਂ ਕਿ ਮੇਰੀ ਜ਼ਿੰਦਗੀ 'ਚ ਰਮਨ ਤੋਂ ਇਲਾਵਾ ਹੋਰ ਕੋਈ ਆਦਮੀ ਨਹੀਂ ਆਇਆ। ਹੁਣ ਮੇਰੀ ਸੱਸ ਵੀ ਪਰੇਸ਼ਾਨ ਹੋ ਚੁੱਕੀ ਸੀ। ਉਹ ਆਖਣ ਲੱਗੀ ਕਿ ਫਿਰ ਤਾਂ ਇਹ ਬਹੁਤ ਫਿਕਰ ਵਾਲੀ ਗੱਲ ਹੈ। ਪਤਾ ਨਹੀਂ ਸਾਡੇ ਘਰ ਤੇ ਕੌਣ ਘਾਤ ਲਾ ਕੇ ਬੈਠਾ ਹੈ। ਹੁਣ ਮੈਂ ਤੇ ਮੇਰੀ ਸੱਸ ਦੋਵੇਂ ਹੀ ਬਹੁਤ ਪਰੇਸ਼ਾਨ ਹੋ ਚੁੱਕੇ ਸੀ। ਮੇਰੀ ਸੱਸ ਆਖਣ ਲੱਗੀ ਕਿ ਆਪਾਂ ਮੁਲਜ਼ਮ ਨੂੰ ਜ਼ਰੂਰ ਲੱਭਣਾ ਹੈ। ਅੱਜ ਤੋਂ ਨਾ ਤੂੰ ਸੌਵੀਂ ਤੇ ਨਾ ਮੈਂ। ਫਿਰ ਦੇਖਦੇ ਹਾਂ ਕਿ ਇਹ ਸਭ ਕਿਸ ਦਾ ਕੀਤਾ ਧਰਿਆ ਹੈ। ਰਾਤ ਹੋਈ ਤਾਂ ਮੈਂ ਸਕੀਮ ਅਨੁਸਾਰ ਆਪਣੇ ਪਤੀ ਦੀ ਤਸਵੀਰ ਤੇ ਕੱਪੜੇ ਆਪਣੇ ਸੀਨੇ ਨਾਲ ਲਾ ਕੇ ਸੌਣ ਦਾ ਨਾਟਕ ਕਰਨ ਲੱਗੀ। ਲਗਭਗ ਰਾਤ ਦੇ 12 ਵਜੇ ਮੈਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਕੋਈ ਆਦਮੀ ਮੇਰੇ ਕਮਰੇ 'ਚ ਆਇਆ ਹੈ। ਮੈਂ ਇੱਕਦਮ ਦੋਵੇਂ ਅੱਖਾਂ ਖੋਲ੍ਹ ਲਈਆਂ ਤੇ ਉੱਠ ਕੇ ਬੈਠ ਗਈ। ਉਸ ਵੇਲੇ ਮੈਨੂੰ ਇੱਕ ਰੁਮਾਲ ਨਜ਼ਰ ਆਇਆ ਜੋ ਕਮਰੇ ਦੀ ਖਿੜਕੀ 'ਚੋਂ ਅੰਦਰ ਆਉਣ ਵਾਲਾ ਆਦਮੀ ਮੇਰੇ ਨੱਕ ਤੇ ਰੱਖ ਕੇ ਮੈਨੂੰ ਬੇਹੋਸ਼ ਕਰਨ ਵਾਲਾ ਸੀ। ਪਰ ਮੈਂ ਉੱਠ ਕੇ ਬੈਠ ਚੁੱਕੀ ਸੀ। ਸਾਹਮਣੇ ਨਜ਼ਰ ਪਾਈ ਤਾਂ ਮੈਂ ਹੈਰਾਨ ਰਹਿ ਗਈ। ਇੰਜ ਲੱਗਿਆ ਜਿਵੇਂ ਮੇਰੇ ਸਾਹ ਰੁਕ ਗਏ ਹੋਣ, ਕਿਉਂਕਿ ਸਾਹਮਣੇ ਕੋਈ ਹੋਰ ਨਹੀਂ ਸਗੋਂ ਮੇਰਾ ਪਤੀ ਰਮਨ ਖੜਾ ਸੀ। ਉਸੇ ਵੇਲੇ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਮੇਰੀ ਸੱਸ ਵੀ ਕਮਰੇ 'ਚ ਆ ਗਈ ਸੀ। ਉਹ ਵੀ ਆਪਣੇ ਬੇਟੇ ਨੂੰ ਦੇਖ ਕੇ ਬਿਲਕੁਲ ਹੈਰਾਨ ਰਹਿ ਗਈ। ਉਹ ਭੱਜ ਕੇ ਆਈ ਤੇ ਰਮਨ ਦੇ ਗਲ ਲੱਗ ਗਈ। ਉਹ ਆਖਣ ਲੱਗੀ ਕਿ ਪੁੱਤ, ਤੂੰ ਕਿੱਥੇ ਚਲਾ ਗਿਆ ਸੀ, ਜਦੋਂ ਕਿ ਮੈਂ ਤਾਂ ਕੁਝ ਬੋਲ ਹੀ ਨਹੀਂ ਪਾ ਰਹੀ ਸੀ। ਫਿਰ ਰਮਨ ਆਖਣ ਲੱਗਿਆ ਕਿ ਮਾਂ, ਤੁਸੀਂ ਤਾਂ ਜਾਣਦੇ ਹੀ ਹੋ ਕਿ ਮੈਂ ਇੱਕ ਜਾਸੂਸ ਹਾਂ। ਮੈਂ ਦੇਸ਼ ਲਈ ਦੁਸ਼ਮਣਾਂ ਦੀ ਜਾਸੂਸੀ ਕਰਦਾ ਹਾਂ। ਜਦੋਂ ਉਹਨਾਂ ਦਿਨਾਂ 'ਚ ਮੇਰਾ ਵਿਆਹ ਹੋਇਆ ਸੀ ਤੇ ਸਾਡੇ ਵੱਡਾ ਅਫਸਰ ਨੂੰ ਪਤਾ ਲੱਗਿਆ ਸੀ ਕਿ ਸਾਡੇ ਦੇਸ਼ 'ਚ ਦੁਸ਼ਮਣ ਦਾਖਲ ਹੋ ਗਏ ਹਨ ਜੋ ਸਾਡੇ ਦੇਸ਼ 'ਚ ਦੰਗੇ ਕਰਵਾਉਣਾ ਚਾਹੁੰਦੇ ਸਨ। ਮੈਂ ਇੱਕ ਜਾਸੂਸ ਸੀ, ਇਸ ਲਈ ਮੈਨੂੰ ਵਾਪਸ ਡਿਊਟੀ ਤੇ ਬੁਲਾ ਲਿਆ ਗਿਆ ਸੀ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ, ਪਰ ਫਿਰ ਤੁਸੀਂ ਇਹ ਫੈਸਲਾ ਕੀਤਾ ਕਿ ਅੰਜਲੀ ਨੂੰ ਮੇਰੇ ਕੋਲ ਭੇਜਣਾ ਹੈ। ਇਸ ਲਈ ਮੈਨੂੰ ਆਪਣੀ ਮੌਤ ਦਾ ਝੂਠਾ ਨਾਟਕ ਕਰਨਾ ਪਿਆ। ਮਾਂ, ਮੇਰੇ ਨਾਲ ਜੋ ਲੜਕਾ ਉਸ ਮਿਸ਼ਨ 'ਚ ਸ਼ਾਮਲ ਸੀ ਉਹ ਸ਼ਹੀਦ ਹੋ ਗਿਆ ਸੀ। ਉਸ ਦੇ ਅੱਗੇ ਪਿੱਛੇ ਕੋਈ ਨਹੀਂ ਸੀ। ਉਸ ਦਾ ਪੂਰਾ ਚਿਹਰਾ ਵੀ ਝੁਲਸ ਗਿਆ ਸੀ। ਇਸ ਲਈ ਮੈਂ ਇਹ ਅਖਵਾ ਦਿੱਤਾ ਸੀ ਕਿ ਉਹ ਮੇਰੀ ਲਾਸ਼ ਹੈ, ਕਿਉਂਕਿ ਉਸ ਮਿਸ਼ਨ ਤੇ ਮੇਰੇ ਬਚਣ ਦੀ ਵੀ ਬਿਲਕੁਲ ਉਮੀਦ ਨਹੀਂ ਸੀ ਤੇ ਇਹ ਵੀ ਹੋ ਸਕਦਾ ਸੀ ਕਿ ਮੇਰੀ ਲਾਸ਼ ਵੀ ਤੁਹਾਨੂੰ ਨਾ ਮਿਲਦੀ। ਮੈਂ ਆਪਣੇ ਵੱਲੋਂ ਲਾਸ਼ ਭਿਜਵਾ ਕੇ ਸਾਰੀ ਜਾਸੂਸੀ ਕਰ ਰਿਹਾ ਸੀ, ਪਰ ਮੇਰੀ ਖੁਸ਼ਕਿਸਮਤੀ ਇਹ ਹੈ ਕਿ ਮੈਂ ਉਸ ਮਿਸ਼ਨ 'ਚ ਕਾਮਯਾਬ ਹੋ ਗਿਆ ਤੇ ਮੈਂ ਬਚ ਗਿਆ। ਹੁਣ ਮੈਂ ਵਾਪਸ ਆਉਣਾ ਚਾਹੁੰਦਾ ਸੀ, ਪਰ ਤੁਹਾਡੇ ਦੋਵਾਂ ਤੋਂ ਸ਼ਰਮਿੰਦਾ ਸੀ। ਸਮਝ ਨਹੀਂ ਆਉਂਦਾ ਸੀ ਕਿ ਕੀ ਕਰਾਂ। ਬਸ ਫਿਰ ਮੈਂ ਇਹ ਮਨ ਬਣਾਇਆ ਕਿ ਜਦੋਂ ਅੰਜਲੀ ਪ੍ਰੈਗਨੈਂਟ ਹੋ ਜਾਵੇਗੀ ਤਾਂ ਤੁਸੀਂ ਬੱਚੇ ਦੇ ਪਿਤਾ ਨੂੰ ਲੱਭਦੇ ਲੱਭਦੇ ਮੇਰੇ ਤੱਕ ਪਹੁੰਚ ਜਾਓਗੇ ਤੇ ਅੱਜ ਉਹੀ ਹੋਇਆ। ਮਾਂ, ਤੁਹਾਨੂੰ ਬਹੁਤ ਵਧਾਈਆਂ, ਤੁਸੀਂ ਦਾਦੀ ਬਣਨ ਵਾਲੇ ਹੋ। ਉਹ ਦੋਵੇਂ ਮਾਂ ਪੁੱਤ ਬਹੁਤ ਖੁਸ਼ ਸਨ। ਮੇਰੀ ਸੱਸ ਕਮਰੇ 'ਚੋਂ ਚਲੀ ਗਈ ਤਾਂ ਰਮਨ ਮੇਰੇ ਵੱਲ ਆਇਆ ਤੇ ਮੁਸਕਰਾ ਕੇ ਬੋਲਿਆ ਕਿ ਤੂੰ ਮੈਨੂੰ ਮਾਫ ਨਹੀਂ ਕਰੇਂਗੀ। ਮੈਂ ਚੀਖ ਕੇ ਬੋਲੀ ਕਿ ਮੈਂ 10 ਸਾਲ ਵਿਧਵਾ ਬਣ ਕੇ ਬਿਤਾਏ ਹਨ। ਬਿਨਾਂ ਸਹਾਰੇ ਦੇ ਮੈਂ ਆਪਣੀ ਜ਼ਿੰਦਗੀ ਦੇ 10 ਖੂਬਸੂਰਤ ਸਾਲ ਦੁੱਖਾਂ ਦੇ ਹਵਾਲੇ ਕੀਤੇ। ਇਹ ਘੱਟ ਹੈ? ਰਮਨ ਆਖਣ ਲੱਗਿਆ ਕਿ ਅੰਜਲੀ, ਤੂੰ ਬਿਲਕੁਲ ਸੱਚੀ ਹੈ, ਪਰ ਇੱਕ ਵਾਰ ਮੈਂ ਤੁਹਾਨੂੰ ਆਖਿਆ ਸੀ ਜਦੋਂ ਤੁਸੀਂ ਹਾਰ ਗਏ ਸੀ ਤੇ ਤੂੰ ਬਹੁਤ ਘਬਰਾਈ ਹੋਈ ਸੀ, ਤੇ ਅੱਜ ਮੈਂ ਘਬਰਾਇਆ ਹੋਇਆ ਹਾਂ ਤੇ
ਮੈਨੂੰ ਅਪਣਾ ਲਿਆ। ਰਮਨ ਦੀ ਇੱਕ ਗੱਲ ਤੋਂ ਬਾਅਦ ਮੈਂ ਕੁਝ ਵੀ ਕਹਿਣ ਦੇ ਕਾਬਿਲ ਨਹੀਂ ਰਹੀ ਸੀ। ਮੈਂ ਉਹਨਾਂ ਨੂੰ ਮਾਫ ਕਰ ਦਿੱਤਾ ਸੀ। ਅੱਜ ਮੈਂ ਇੱਕ ਖੂਬਸੂਰਤ ਬੇਟੇ ਦੀ ਮਾਂ ਬਣ ਚੁੱਕੀ ਹਾਂ। ਇਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਹੈ। ਇਹ ਸਮਾਂ ਅਸੀਂ ਬਹੁਤ ਸਾਲਾਂ ਬਾਅਦ ਬਿਤਾਇਆ ਸੀ। ਮੈਂ ਭਗਵਾਨ ਦਾ ਧੰਨਵਾਦ ਕਰਦੀ ਹਾਂ ਕਿ ਉਸਨੇ ਮੇਰਾ ਪਤੀ ਮੈਨੂੰ ਵਾਪਸ ਦਿੱਤਾ ਤੇ ਉਸ ਦੀ ਗੈਰ ਮੌਜੂਦਗੀ 'ਚ ਮੇਰੇ ਕਦਮਾਂ ਨੂੰ ਡੋਲਣ ਨਹੀਂ ਦਿੱਤਾ। ਸੋ ਦੋਸਤੋ, ਤੁਹਾਨੂੰ ਸਾਡੀ ਇਹ ਕਹਾਣੀ ਕਿਸ ਤਰ੍ਹਾਂ ਲੱਗੀ? ਕਿਰਪਾ ਕਰਕੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ।